हेलो स्टूडेंट्स, वेलकम टू हिस्ट्री क्लास। अज असी तीजी यूनिट शुरू करांगे। अज दी क्लास का साडा क्वेश्चन है वियना कांग्रेस के उद्देश्य, कारज, सिद्धांत, धारावां अते महत्व का वर्णन करो। ये क्वेश्चन इस साल के लिए मोस्ट इंपॉर्टेंट है। शुरू करते हैं यूनिट 3 का पहला क्वेश्चन। 1792 ईस्वी तो लैके 1814 ईस्वी तक यूरोप महाद्वीप संघर्ष का अखाड़ा बनया रहा। इन्हां 22 सालों विचों घट तो घट 15 साल तक नेपोलियन की शक्ति का बोलबाला रहा। इस महारथी ने यूरोप के अनेक राजवंशों नूं अपने पैरों तले रोन दिता अते उन्हां दी राज सत्ता खो ली। स्पेन, इटली, पुर्तगाल, हॉलैंड आदि कई देशों ते नेपोलियन के सगे संबंधी जां उसके सेनापति शासन करते सन। परंतु अंत विच इंग्लैंड अते यूरोप के कुछ देशों ने मिलके नेपोलियन नूं घुटने टेकन के लिए मजबूर कर दिता। परंतु इस उथल पुथल दे लंबे काल विच यूरोप का मानचित्र बहुत बदल गया अते अनेक समस्यावां उठ खड़ी होईयां। यूरोप के मानचित्र नूं नवीं रूपरेखा देण दे लई अते इन्हां समस्यावां नूं हल करन दे लई जेतू देशां ने आस्ट्रिया की राजधानी वियना विच एक सम्मेलन बुलाया। ये सम्मेलन 14 सितंबर 1814 ईस्वी तो लैके 9 जून 1815 ईस्वी तक चलता रहा। इस सम्मेलन विच यूरोप के राजनेतावां ने वियना की संधि जां वियना समझौता के रूप विच महत्वपूर्ण कारज संपन्न किए। वियना सम्मेलन जां वियना कांग्रेस की डिटेल विच व्याख्या असी कुछ बिंदुओं के आधार पर कर सकते हाँ। इस विच असी पहला पॉइंट बनावांगे वियना कांग्रेस जां सम्मेलन की शुरुआत। वियना कांग्रेस का अधिवेशन 14 सितंबर 1814 ईस्वी विच शुरू होया। ये सम्मेलन 9 जून 1815 ईस्वी तक चलता रहा। वियना कांग्रेस एक शानदार सम्मेलन सी। यूरोप विच यह जिहा विशाल अते वैभवशाली सम्मेलन इस तो पहला कदी भी नहीं होया सी। इस विच यूरोप के वख-वख देशों के 90 राजा अते 63 प्रतिनिधि शामिल होए सन। इन्हां तो अलावा अनेक पत्रकार, वैज्ञानिक, प्रोफैसर अते सेनापति आदि भी इस सम्मेलन विच भाग लैण दे लई वियना पहुँचे। आस्ट्रिया की सरकार ने इन्हां
ਲੋਕਾਂ ਦੇ ਠਹਿਰਨ ਦੇ ਲਈ ਖਾਣ ਪੀਣ ਅਤੇ ਮਨੋਰੰਜਨ ਆਦਿ ਦਾ ਜ਼ਬਰਦਸਤ ਪ੍ਰਬੰਧ ਕੀਤਾ ਸੀ। ਇੱਕ ਅਨੁਮਾਨ ਦੇ ਅਨੁਸਾਰ ਇਸ ਸੰਮੇਲਨ 'ਤੇ ਆਸਟਰੀਆ ਦੇ 8 ਲੱਖ ਪੌਂਡ ਖਰਚ ਹੋਏ ਸਨ। ਉਸ ਸਮੇਂ ਇਹ ਰਾਸ਼ੀ ਬਹੁਤ ਵੱਡੀ ਸੀ। ਸੰਮੇਲਨ ਦੇ ਦਿਨਾਂ ਵਿੱਚ ਆਸਟਰੀਆ ਦੀ ਰਾਜਧਾਨੀ ਵੀਅਨਾ ਵਿਖੇ ਬੜੀ ਚਹਿਲ ਪਹਿਲ ਰਹੀ ਅਤੇ ਮਨੋਰੰਜਨ ਦੇ ਅਨੇਕ ਕਾਰਜਕ੍ਰਮ ਚੱਲਦੇ ਰਹੇ। ਵੈਸੇ ਤਾਂ ਇਸ ਸੰਮੇਲਨ ਵਿੱਚ ਟਰਕੀ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਿਲ ਹੋਏ ਸਨ, ਪਰੰਤੂ ਵੀਅਨਾ ਕਾਂਗਰਸ ਦੇ ਸਾਰੇ ਮਹੱਤਵਪੂਰਨ ਫੈਸਲੇ 4 ਮਹਾਨ ਸ਼ਕਤੀਆਂ ਦੇ ਪ੍ਰਤੀਨਿਧੀਆਂ ਨੇ ਹੀ ਕੀਤੇ ਸਨ। ਇਹ ਲੋਕ ਸਨ, ਪਹਿਲਾ ਆਸਟਰੀਆ ਦਾ ਚਾਂਸਲਰ ਮੈਟਰਨਿਕ, ਦੂਜਾ ਇੰਗਲੈਂਡ ਦਾ ਵਿਦੇਸ਼ ਮੰਤਰੀ ਕੈਸਲੇਰੇ, ਤੀਜਾ ਪ੍ਰਸ਼ੀਆ ਦਾ ਸ਼ਾਸਕ ਫੈਡਰਿਕ ਵਿਲੀਅਮ ਤੀਜਾ ਅਤੇ ਚੌਥਾ ਰੂਸ ਦਾ ਸ਼ਾਸਕ ਅਲੈਗਜ਼ੈਂਡਰ ਪਹਿਲਾ। ਇਹਨਾਂ ਚਾਰਾਂ ਨੇ ਹੀ ਇਸ ਸੰਮੇਲਨ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਫਰਾਂਸ ਦੇ ਰਾਜਨੇਤਾ ਤਾਲੀਰਾ ਨੇ ਇਸ ਸੰਮੇਲਨ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ। ਉਸ ਨੇ ਹਾਰੇ ਹੋਏ ਦੇਸ਼ਾਂ ਦੀ ਅਗਵਾਈ ਕੀਤੀ ਸੀ। ਉਸ ਨੇ ਆਪਣੀ ਰਾਜਨੀਤਿਕ ਯੋਗਤਾ ਦੇ ਬਲ 'ਤੇ ਵੀਅਨਾ ਕਾਂਗਰਸ ਦੇ ਅਨੇਕ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ ਸੀ। ਇਸ ਕੁਐਸਚਨ ਦਾ ਅਗਲਾ ਸਾਡਾ ਪੁਆਇੰਟ ਹੈ ਵੀਅਨਾ ਕਾਂਗਰਸ ਦੇ ਸਾਹਮਣੇ ਸਮੱਸਿਆਵਾਂ। ਵੀਅਨਾ ਕਾਂਗਰਸ ਦੇ ਸਾਹਮਣੇ ਨਿਸ਼ਚਿਤ ਹੀ ਕੁਝ ਗੰਭੀਰ ਸਮੱਸਿਆਵਾਂ ਸਨ, ਜਿਨ੍ਹਾਂ ਦਾ ਉਸਨੇ ਵਿਸ਼ੇਸ਼ ਤੌਰ ਤੋਂ ਸਮਾਧਾਨ ਕਰਨਾ ਸੀ। ਇਹਨਾਂ ਸਮੱਸਿਆਵਾਂ ਵਿੱਚ ਪਹਿਲੀ ਸਮੱਸਿਆ ਹੈ, ਨੈਪੋਲੀਅਨ ਨੇ ਆਪਣੇ ਯੁੱਧਾਂ ਦੇ ਦੌਰਾਨ ਯੂਰਪ ਦੇ ਮਾਨਚਿੱਤਰ ਨੂੰ ਬਹੁਤ ਬਦਲ ਦਿੱਤਾ ਸੀ। ਉਸਨੇ ਦਰਜਨਾਂ ਛੋਟੇ ਵੱਡੇ ਯੂਰੋਪੀਅਨ ਰਾਜਾਂ ਦੀ ਰਾਜਾਂ ਨੂੰ ਜਾਂ ਤਾਂ ਫਰਾਂਸੀਸੀ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਸੀ ਜਾਂ ਉਹਨਾਂ ਨੂੰ ਫਰਾਂਸ ਦੇ ਅਧੀਨ ਰਾਜਾਂ ਦਾ ਰੂਪ ਦੇ ਦਿੱਤਾ ਸੀ। ਵੀਅਨਾ ਕਾਂਗਰਸ ਦੇ ਸਾਹਮਣੇ ਹੁਣ ਸਮੱਸਿਆ ਇਹ ਸੀ ਕਿ ਨੈਪੋਲੀਅਨ ਦੇ ਸਾਮਰਾਜ ਦੇ ਖੇਰੂ ਹੋਣ 'ਤੇ ਯੂਰਪ ਦਾ ਦੁਬਾਰਾ ਨਿਰਮਾਣ ਕਿਸ ਤਰ੍ਹਾਂ ਕੀਤਾ ਜਾਵੇ। ਦੂਜੀ ਸਮੱਸਿਆ ਸੀ, ਕਾਂਗਰਸ ਦੇ ਸਾਹਮਣੇ ਦੂਜੀ ਸਮੱਸਿਆ ਮਹਾਦੀਪ ਦੇ ਵਿੱਚ ਸ਼ਾਂਤੀ ਸਥਾਪਿਤ ਕਰਨਾ ਅਤੇ ਉਸ ਨੂੰ ਬਣਾ ਕੇ ਰੱਖਣ ਦੀ ਸੀ। ਇਸ ਸੰਬੰਧ ਵਿੱਚ ਉਸ ਨੂੰ ਅਜਿਹੇ ਕਦਮ ਚੁੱਕਣੇ ਸਨ ਕਿ ਫਰਾਂਸ ਦੁਬਾਰਾ ਤੋਂ ਯੂਰਪ ਦੀ ਸ਼ਕਤੀ ਨੂੰ ਭੰਗ ਨਾ ਕਰ ਸਕੇ। ਤੀਜੀ ਸਮੱਸਿਆ ਸੀ 1815 ਈਸਵੀ ਤੱਕ ਫਰਾਂਸ ਦੀ ਕ੍ਰਾਂਤੀ ਸਮਾਪਤ ਹੋ ਚੁੱਕੀ ਸੀ ਅਤੇ ਨੈਪੋਲੀਅਨ ਦਾ ਵੀ ਪਤਨ ਹੋ ਚੁੱਕਿਆ ਸੀ, ਪਰੰਤੂ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰਾ
ਦੇ ਸਿਧਾਂਤਾਂ ਦਾ ਪ੍ਰਚਾਰ ਹੋਣ ਨਾਲ ਇਟਲੀ, ਜਰਮਨੀ, ਸਪੇਨ ਅਤੇ ਆਸਟਰੀਆ ਆਦਿ ਦੇਸ਼ਾਂ ਦੇ ਨਾਗਰਿਕ ਲੋਕਤੰਤਰੀ ਸ਼ਾਸਨ ਵਿਵਸਥਾ ਦੀ ਸਥਾਪਨਾ ਕਰਨ ਦੇ ਲਈ ਉਤਸੁਕ ਸਨ। ਪਰੰਤੂ ਵੀਅਨਾ ਕਾਂਗਰਸ ਦੇ ਪ੍ਰਤੀਨਿਧੀ ਦੁਬਾਰਾ ਨਿਰੰਕੁਸ਼ ਸ਼ਾਸਨ ਦਾ ਬੋਲਬਾਲਾ ਚਾਹੁੰਦੇ ਸਨ ਅਤੇ ਪ੍ਰਤੀਨਿਧੀਆਂ ਦੀ ਇੱਕ ਹੋਰ ਸਮੱਸਿਆ ਇਹ ਸੀ ਕਿ ਇਹਨਾਂ ਵਿਚਾਰਾਂ 'ਤੇ ਕਿਸ ਤਰ੍ਹਾਂ ਕਾਬੂ ਪਾਇਆ ਜਾਏ। ਅਗਲੀ ਸਮੱਸਿਆ ਹੈ ਫਰਾਂਸ ਦੀ ਰਾਜ ਕ੍ਰਾਂਤੀ ਦੇ ਦੌਰਾਨ ਕੈਥੋਲਿਕ ਧਰਮ ਨੂੰ ਬਹੁਤ ਠੇਸ ਪਹੁੰਚੀ ਸੀ। ਨੈਪੋਲੀਅਨ ਨੇ ਤਾਂ ਚਰਚ ਨੂੰ ਇੱਕ ਸਧਾਰਨ ਸੰਸਥਾ ਬਣਾ ਦਿੱਤਾ ਸੀ। ਧਾਰਮਿਕ ਅਦਾਲਤਾਂ ਵੀ ਬੰਦ ਕਰ ਦਿੱਤੀ ਗਈਆਂ ਸਨ। ਸੰਖੇਪ ਵਿੱਚ ਚਰਚ ਇੱਕ ਤਰ੍ਹਾਂ ਨਾਲ ਰਾਜ ਦੇ ਅਧੀਨ ਹੋ ਗਿਆ ਸੀ, ਕਿਉਂਕਿ ਕਾਂਗਰਸ ਦੇ ਪ੍ਰਤੀਨਿਧੀ ਯਾਨੀ ਵੀਅਨਾ ਕਾਂਗਰਸ ਦੇ ਪ੍ਰਤੀਨਿਧੀ ਯੂਰਪ ਵਿੱਚ ਦੁਬਾਰਾ ਤੋਂ ਨਿਰੰਕੁਸ਼ ਸ਼ਾਸਨ ਦੀ ਵਿਵਸਥਾ ਕਰਨਾ ਚਾਹੁੰਦੇ ਸਨ ਅਤੇ ਉਸ ਦੇ ਸਮਰਥਕ ਕੈਥੋਲਿਕ ਚਰਚ ਦੀ ਸ਼ਕਤੀ ਨੂੰ ਦੁਬਾਰਾ ਸਥਾਪਿਤ ਕਰਨਾ ਵੀ ਜ਼ਰੂਰੀ ਸੀ। ਇਸ ਸੰਮੇਲਨ ਦੀ ਅਗਲੀ ਸਮੱਸਿਆ ਸੀ ਜਿਨ੍ਹਾਂ ਦੇਸ਼ਾਂ ਨੇ ਨੈਪੋਲੀਅਨ ਦਾ ਸਾਥ ਦਿੱਤਾ ਸੀ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਏ। ਇਹਨਾਂ ਸਮੱਸਿਆਵਾਂ ਦੇ ਸੰਬੰਧ ਵਿੱਚ ਪ੍ਰਸਿੱਧ ਇਤਿਹਾਸਕਾਰ ਜੇ ਹਾਲੈਂਡ ਦਾ ਇਹ ਕਹਿਣਾ ਠੀਕ ਹੈ ਕਿ ਵੀਅਨਾ ਕਾਂਗਰਸ ਵਿੱਚ ਯੂਰਪ ਦਾ ਪੁਨਰ ਨਿਰਮਾਣ ਰਾਜਨੇਤਾਵਾਂ ਅਤੇ ਕੂਟਨੀਤੀਆਂ ਨੂੰ ਮੰਨਣ ਵਾਲਿਆਂ ਦੇ ਸਾਹਮਣੇ ਹੁਣ ਤੱਕ ਦੀ ਸਭ ਤੋਂ ਵੱਡੀ ਰਾਜਨੀਤਿਕ ਚੁਣੌਤੀ ਸੀ। ਇਹ ਸਨ ਸਟੂਡੈਂਟਸ ਵੀਅਨਾ ਕਾਂਗਰਸ ਦੀ ਸ਼ੁਰੂਆਤ ਅਤੇ ਵੀਅਨਾ ਕਾਂਗਰਸ ਦੇ ਸਾਹਮਣੇ ਸਮੱਸਿਆਵਾਂ। ਅੱਜ ਦੀ ਕਲਾਸ ਵਿੱਚ ਇੰਨਾ ਹੀ, ਕਿਉਂਕਿ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ, ਇਸ ਲਈ ਇਸ ਦੇ ਨੋਟਸ ਤੁਸੀਂ ਨਾਲ ਹੀ ਬਣਾਉਂਦੇ ਰਹੋ। ਅਗਲੀ ਕਲਾਸ ਵਿੱਚ ਵੀਅਨਾ ਕਾਂਗਰਸ ਦੇ ਉਦੇਸ਼ਾਂ ਤੋਂ ਦੁਬਾਰਾ ਫਿਰ ਸ਼ੁਰੂ ਕਰਾਂਗੇ। ਉਦੋਂ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ।